ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸੰਗਤ ਜੀ, ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪ੍ਰਥਮ ਪਿਆਰ ਅਦਬ ਤੇ ਸਤਿਕਾਰ ਸਹਿਤ ਆਖਣਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਜਗਤ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ। ਸੋਹੀ ਰਾਗ ਦੀ ਆਰੰਭਤਾ ਦਾ ਪਹਿਲਾ ਸ਼ਬਦ ਹੈ ਇਹ। ਇਸ ਸ਼ਬਦ ਦੇ ਨਾਲ ਹੀ ਰਾਗ ਦੀ ਆਰੰਭਤਾ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਬਦ ਦੇ ਅੰਦਰ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਦੁਨੀਆ ਦੇ ਜਿਹੜੇ ਹੋਰ ਖਿਆਲ ਧੰਦੇ ਆ ਜੋ ਮਨ ਦੇ ਵਿੱਚ ਚੱਲਦੇ ਰਹਿੰਦੇ ਆਪਣੇ, ਉਹਨਾਂ ਨੂੰ ਛੱਡ ਕੇ ਤੇ ਉੱਥੇ ਯਾਦਾਂ ਦੇ ਵਿੱਚ, ਸੁਰਤ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਜਪਣ ਲਈ ਆਖਿਆ ਹੈ। ਆਪਦੇ ਹਿਰਦੇ ਦੇ ਭਾਂਡੇ ਨੂੰ ਸਾਫ਼ ਕਰਕੇ ਧੂਪ ਦੇ ਕੇ ਉਹਦੇ ਵਿੱਚ ਬੰਦਗੀ ਵਾਲਾ ਜਾਗ ਲਾਉਣ ਲਈ ਆਖਿਆ। ਮਨ ਦੀਆਂ ਜਿਹੜੀਆਂ ਦੌੜ ਭੱਜ ਵਾਲੀਆਂ ਉਹ ਗੱਲਾਂ ਨੇ, ਉਹਨਾਂ ਨੂੰ ਹੱਥ ਵਿੱਚ ਫੜਨ ਲਈ ਇਸ ਤਰ੍ਹਾਂ ਜਿਵੇਂ ਕਿ ਇੱਕ ਦੁੱਧ ਰਿੜਕਣ ਵਾਲੀ ਕੋਈ ਔਰਤ ਰੱਸੀ ਦੇ ਨਾਲ, ਮਧਾਣੀ ਦੇ ਨਾਲ ਰੱਸੀ ਦੇ ਨਾਲ ਈਟੀਆਂ ਹੁੰਦੀਆਂ ਨੇ, ਉਹਨਾਂ ਨੂੰ ਹੱਥ 'ਚ ਫੜਦੀ ਆ। ਇੱਦਾਂ ਹੀ ਮਨ ਨੂੰ ਕਾਬੂ ਕਰਕੇ ਅੰਮ੍ਰਿਤ ਪੀਣ ਲਈ ਆਖਿਆ ਹੈ। ਉਹਨੂੰ ਰਿੜਕ ਕੇ ਹੌਲੀ ਹੌਲੀ ਹਰ ਕਾ ਬਿਲੋਵਣਾ, ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਹੌਲੀ ਹੌਲੀ ਉਹਨੂੰ ਰਿੜਕ ਕੇ ਵਾਹਿਗੁਰੂ ਪ੍ਰੀਤਮ ਜੀ ਦੇ ਨਾਮ ਨੂੰ ਛਕਣ ਲਈ ਆਖਿਆ ਹੈ। ਦੁਨੀਆ 'ਤੇ ਬਹੁਤ ਲੋਕ ਆਉਂਦੇ ਆ, ਬਹੁਤ ਲੋਕ ਚਲੇ ਜਾਂਦੇ ਆ, ਸਾਰੇ ਆਪਦੇ ਆਪ ਨੂੰ ਉੱਚਾ ਕਹਿੰਦੇ ਆ, ਪਰ ਤੁਹਾਡੇ ਵਰਗਾ ਵਾਹਿਗੁਰੂ ਕੋਈ ਵੀ ਨਹੀਂ ਆ। ਇਹ ਗੱਲ ਆਪ ਜੀ ਦੀ ਸਿਫਤ ਸਲਾਹ ਕੀਤੇ ਹੀ ਪਤਾ ਲੱਗਦੀ ਆ। ਅਸਮਾਨ ਹੁਣ ਜ਼ਮੀਨ ਨੂੰ ਪੁੱਛਦਾ ਹੈ, ਜ਼ਮੀਨ ਨੂੰ ਪੁੱਛਦਾ ਹੈ ਆਕਾਸ਼, ਜਿਮੀ ਪੁੱਛੈ ਅਸਮਾਨ। ਜ਼ਮੀਨ ਅਸਮਾਨ ਨੂੰ ਪੁੱਛਦੀ ਆ, ਅਸਮਾਨ ਜ਼ਮੀਨ ਨੂੰ ਪੁੱਛਦਾ ਹੈ। ਖੇਵਟ ਕਿੰਨ ਗਏ, ਕਿੰਨੇ ਕੁ ਵੱਡੇ ਵੱਡੇ ਆਗੂ ਇੱਥੋਂ ਚਲੇ ਗਏ ਨੇ ਹੁਣ ਤੱਕ। ਤੇ ਆਵਾਜ਼ ਆਉਂਦੀ ਆ ਕਿ ਬਹੁਤ ਸਾਰੇ ਲੋਕ, ਇੱਕ ਨਹੀਂ ਬਹੁਤ ਸਾਰੇ ਲੋਕ ਜਿਹੜੇ ਆ ਇਹ ਜਾ ਕੇ ਕਬਰਾਂ ਦੇ ਵਿੱਚ ਗਲ ਗਏ ਨੇ ਜਾਂ ਸ਼ਮਸ਼ਾਨ ਘਾਟ ਵਿੱਚ ਜਾ ਕੇ ਜਲਾ ਦਿੱਤੇ ਗਏ ਨੇ। ਜਿਮੀ ਪੁੱਛੈ ਅਸਮਾਨ, ਜ਼ਮੀਨ ਅਸਮਾਨ ਤੋਂ ਪੁੱਛਦੀ ਆ, ਫਰੀਦਾ ਖੇਵਟ ਕਿੰਨ ਗਏ।
ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ। ਬੰਦਗੀ ਤੋਂ ਬਿਨਾਂ ਜਿੰਦ ਨੇ ਉਲਾਮੇ ਸਹੇ ਆ। ਸਰੀਰ ਕਬਰਾਂ ਵਿੱਚ ਜਾ ਕੇ ਗਲ ਗਏ ਨੇ, ਜਾਂ ਸਰੀਰ ਸ਼ਮਸ਼ਾਨ ਘਾਟ ਜਾ ਕੇ ਜਲਾ ਦਿੱਤੇ ਗਏ ਆ, ਸੰਸਕਾਰ ਦਿੱਤੇ ਗਏ ਆ। ਇਹ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹੀ ਆਖਿਆ। ਕਹਿਣ ਨੂੰ ਬਹੁਤ ਲੋਕ ਵੱਡੇ ਆਪਦੇ ਆਪ ਨੂੰ, ਪਰ ਤੇਰੇ ਜਿੰਨਾ ਕੋਈ ਵੱਡਾ ਨਹੀਂ। ਸੋ ਆਓ ਆਪਾਂ ਇਹਨੂੰ ਸਮਝੀਏ। ਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਵਾਕ ਹੈ। ਹੇ ਗੁਰੂ ਨਾਨਕ ਜੀ, ਤੁਹਾਡੇ ਮੁਖੜੇ ਦੇ ਅੱਗੇ ਚੰਨ ਵੀ ਸ਼ਰਮਿੰਦਾ ਹੈ। ਤੁਹਾਡੇ ਮੁਖੜੇ ਦੇ ਅੱਗੇ ਚੰਨ ਵੀ ਸ਼ਰਮਿੰਦਾ ਹੈ। ਹੇ ਗੁਰੂ ਨਾਨਕ ਸਾਹਿਬ ਜੀ, ਜਿਹੜਾ ਸਾਰੇ ਜਹਾਨ ਦਾ ਸੂਰਜ ਹੈ ਉਹ ਤੁਹਾਡਾ ਗੁਲਾਮ ਆ। ਤੁਹਾਡੇ ਕਹਿਣ 'ਤੇ ਹੀ ਉਹ ਚੜ੍ਹਦਾ, ਤੁਹਾਡੇ ਇਸ਼ਾਰਿਆਂ 'ਤੇ ਉਹ ਨੱਚਦਾ, ਕਹਿਣ 'ਤੇ ਹੀ ਛੁਪ ਜਾਂਦਾ ਹੈ। ਹੇ ਗੁਰੂ ਨਾਨਕ ਸਾਹਿਬ ਜੀ, ਆਪ ਜੀ ਨੇ ਹੀ ਸਾਨੂੰ ਇਹ ਬੰਦਗੀ ਵਾਲਾ ਜਾਗ ਲਾਇਆ ਹੈ। ਅਸੀਂ ਆਪਣੇ ਪਾਪਾਂ ਦੇ ਨਾਲ ਭਰਿਆ ਹੋਇਆ ਸੀਸ, ਜਿਹੜਾ ਸਿਰ ਜਿਹੜਾ ਆਪ ਜੀ ਦੇ ਪਿਆਰਿਆਂ ਦੇ ਕਦਮਾਂ 'ਤੇ ਰੱਖਦੇ ਹਾਂ, ਇਹਨਾਂ ਨੂੰ ਭਾਈ ਮਰਦਾਨਾ ਜੀ ਕਹਿੰਦੇ ਆ। ਇਹਨਾਂ ਤੋਂ ਹੀ ਸਾਨੂੰ ਇਸ਼ਕ ਦੀ ਲਾਗ ਲੱਗੀ ਆ, ਤੁਹਾਡੇ ਨਾਲ ਇਸ਼ਕ ਪੈਦਾ ਹੋਇਆ। ਅਸੀਂ ਆਪਣਾ ਪਾਪਾਂ ਦੇ ਨਾਲ ਭਰਿਆ ਹੋਇਆ ਮਨ, ਪਾਪਾਂ ਨਾਲ ਭਰਿਆ ਹੋਇਆ ਸਿਰ ਦਿਮਾਗ ਤੁਹਾਡੇ ਅੱਗੇ ਰੱਖਦੇ ਹਾਂ। ਜੇ ਅਸੀਂ ਗੁਨਾਹਗਾਰਾਂ ਤੇ ਤੁਸੀਂ ਬਖਸ਼ਣਹਾਰ ਹੋ, ਇਹ ਅਸੀਂ ਜਾਣਦੇ ਹਾਂ। ਹਉ ਪਾਪੀ ਤੂੰ ਬਖਸ਼ਣਹਾਰ। ਆਓ ਆਪਾਂ ਹੁਕਮਨਾਮੇ ਨੂੰ ਸਮਝੀਏ। ਸੋ ਅੱਜ ਸਾਈਂ ਮੀਆਂ ਮੀਰ ਜੀ ਜਿਹੜੇ ਹਨ, ਬਹੁਤ ਪਿਆਰੀ ਰੂਹ ਹੋਈ ਆ ਦੁਨੀਆ 'ਤੇ। ਇਹੋ ਜਿਹੇ ਇਨਸਾਨ ਸਦੀਆਂ ਬਾਅਦ ਪੈਦਾ ਹੁੰਦੇ ਆ। ਬਹੁਤ ਲੋਕ ਆਉਂਦੇ ਆ, ਚਲੇ ਜਾਂਦੇ ਆ। ਅੱਜ ਦੇ ਦਿਨ ਉਹਨਾਂ ਦਾ ਇਸ ਦੁਨੀਆ ਤੋਂ ਸੱਚਖੰਡ ਜਾਣਾ ਹੋਇਆ ਸੀ 11 ਅਗਸਤ 1635, ਇਹ ਸਾਉਣ ਦੇ ਮਹੀਨੇ ਵਿੱਚ। ਸੋ ਉਹਨਾਂ ਦੇ ਜੀਵਨ ਬਾਰੇ ਵੀ ਆਪਾਂ ਸਿੱਖਣਾ। ਪਹਿਲਾਂ ਹੁਕਮਨਾਮੇ ਦੇ ਅੱਖਰੀ ਅਰਥ। ਇੱਕ ਓੰਕਾਰ ਸਤਿਨਾਮ ਵਾਹਿਗੁਰੂ ਇੱਕ ਹੈ। ਓੰਕਾਰ ਉਹਦੀ ਧੁਨੀਆਂ ਤੇ ਸੱਚ ਉਹਦਾ ਨਾਮ ਆ, ਸੱਚਾ ਉਹਦਾ ਨਾਮ ਆ। ਕਰਤਾ ਪੁਰਖ ਪੁਰੀ ਪੁਰੀ ਉਹ ਵਸੰਤਾ, ਹਰ ਦੇ ਦਿਲ ਦੇ ਵਿੱਚ ਰਹਿ ਰਿਹਾ ਹੈ। ਕਰਤਾ ਧਰਤਾ ਹੈ ਦੁਨੀਆ ਦਾ, ਬਣਾਉਣ ਵਾਲਾ ਉਹੀ ਆ। ਨਿਰਭਉ ਕਿਸੇ ਤੋਂ ਡਰਦਾ ਨਹੀਂ, ਨਿਰਵੈਰ ਕਿਸੇ ਨਾ ਵੀ ਉਹਦਾ ਵੈਰ ਨਹੀਂ ਹੈ। ਅਕਾਲ ਕਾਲ ਤੋਂ ਪਰੇ ਆ, ਮੌਤ ਤੋਂ ਪਰੇ ਆ। ਸਗੋਂ ਮੌਤ ਉਹਨੇ ਬਣਾਈ ਆ, ਮੌਤ ਉਹਨੂੰ ਕੁਝ ਕਰ ਨਹੀਂ ਸਕਦੀ। ਮੂਰਤ ਉਹਦੀ ਹੋਂਦ ਹੈ, ਕੋਈ ਕਲਪਨਾ ਨਹੀਂ। ਅਜੂਨੀ ਜੂਨਾਂ ਤੋਂ ਪਰੇ ਆ। ਸੈ ਭੰਗ ਆਪਣੇ ਆਪ ਤੋਂ ਬਣਿਆ ਹੈ। ਰੱਬ ਦੀ ਕੋਈ ਮਾਂ ਜਾਂ ਪਿਤਾ ਨਹੀਂ ਜਿਹਨੇ ਉਹਨੂੰ ਜਨਮ ਦਿੱਤਾ। ਉਹ ਆਪਣੇ ਆਪ ਤੋਂ ਪ੍ਰਕਾਸ਼ ਆ। ਸਗੋਂ ਉਹ ਸਾਰਿਆਂ ਦੀ ਮਾਂ ਤੇ ਸਾਰਿਆਂ ਦੇ ਪਰਮ ਪਿਤਾ ਹਨ। ਗੁਰਪ੍ਰਸਾਦ। ਜੇ ਕੋਈ ਐਸੇ ਰੱਬ ਨੂੰ ਮਿਲਣਾ ਚਾਹੁੰਦਾ ਹੈ, ਉਹਦੇ ਸਰੂਪ ਵਰਗਾ ਸਰੂਪ, ਉਹਦੇ ਸੁਭਾਅ ਵਰਗਾ ਸੁਭਾਅ ਬਣਾਉਣਾ ਚਾਹੁੰਦਾ, ਤਾਂ ਉਹ ਗੁਰੂ ਦੀ ਕਿਰਪਾ ਨਾਲ ਹੀ ਹੋ ਸਕਦਾ, ਗੁਰੂ ਦੀ ਪਾਤਰਤਾ ਦੇ ਨਾਲ ਹੋ ਸਕਦਾ ਹੈ। ਰਾਗ ਸੂਹੀ ਮਹੱਲਾ ਪਹਿਲਾ। ਸੂਹੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਚੌਪਦੇ, 4 ਪਦਿਆਂ ਵਾਲਾ। ਇਹਦੇ 4 ਪਦੇ ਨੇ ਤੇ ਘਰ ਪਹਿਲਾ। ਪਹਿਲੇ ਘਰ ਦੇ ਵਿੱਚ ਗਾਉਣ ਲਈ ਕਹਿ ਰਹੇ ਆ। ਇਹ ਰਾਗੀਆਂ ਲਈ ਆ, ਜਿਹੜੇ ਸੰਗੀਤ ਗਾਉਂਦੇ ਆ ਜਾਂ ਰਬਾਬੀ ਸਨ, ਉਹਨਾਂ ਲਈ ਆ ਇਹ। ਜੇ ਤੁਸੀਂ ਗਾਉਣਾ ਇਹਨੂੰ ਪਹਿਲੇ ਘਰ ਵਿੱਚ ਹੀ ਗਾਇਓ, ਹੋਰ ਵੀ ਜ਼ਿਆਦਾ ਸੋਹਣਾ ਲੱਗੇਗਾ। ਸੁਰ ਤੇ ਤਾਲ ਪਹਿਲੇ ਘਰ 'ਚ ਮਿਲਾ ਕੇ। ਭਾਂਡਾ ਧੋਏ ਬੈਸ ਧੂਪ ਦੇਵੋ, ਤੋਂ ਦੁੱਧੇ ਕੋ ਜਾਵੋ। ਜਦੋਂ ਬੀਬੀਆਂ, ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਰਸੋਈ ਦੇ ਵਿੱਚ ਜਾਂ ਕੋਈ ਵੀ ਵਿਅਕਤੀ ਦੁੱਧ ਵਿੱਚ ਪਾਉਣਾ ਹੁੰਦਾ ਕਿਸੇ ਬਰਤਨ ਦੇ, ਤਾਂ ਉਹਨੂੰ ਪਹਿਲਾਂ ਸਾਫ਼ ਕੀਤਾ ਜਾਂਦਾ ਹੈ। ਜਾਗ ਲਾਉਣ ਤੋਂ ਪਹਿਲਾਂ
ਚੰਗੀ ਤਰ੍ਹਾਂ ਭਾਂਡੇ ਨੂੰ ਸਾਫ਼ ਕਰਦੇ ਹਾਂ। ਪੁਰਾਣੇ ਜ਼ਮਾਨੇ ਵਿੱਚ ਧੂਪ ਦਿੱਤੀ ਜਾਂਦੀ ਸੀ ਸੁਗੰਧੀ ਵਾਸਤੇ, ਫਿਰ ਉਹਦੇ ਵਿੱਚ ਦੁੱਧ ਪਾਇਆ ਜਾਂਦਾ ਸੀ। ਤੋ ਦੁੱਧੇ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਣ। ਫਿਰ ਦੁੱਧ ਦੇ ਵਿੱਚ ਜਾਗ ਲਾ ਕੇ ਹੋਏ ਨਰਾਸ ਜਮਾਵੋ, ਉਹਨੂੰ ਜੰਮਣ ਲਈ ਢੱਕ ਕੇ ਰੱਖ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਹੀ ਬੰਦਗੀ ਦਾ ਇਹ ਸਾਰੀ ਕਿਰਿਆ ਵਾ। ਜਾਗ ਬਿਨਾਂ ਦੁੱਧ ਨਹੀਂ ਜੰਮਦਾ, ਭਾਵੇਂ ਲਾਲ ਹੋ ਜਾਵੇ ਕੱਢ ਕੱਢ ਕੇ। ਬੰਦਗੀ ਬਿਨਾਂ ਇਹ ਗੱਲ ਨਹੀਂ ਬਣਦੀ, ਉਹ ਨਹੀਂ ਹੋ ਸਕਦੀਆਂ ਗੱਲਾਂ ਜਿਹੜੀਆਂ ਬਣਨੀਆਂ ਚਾਹੀਦੀਆਂ। ਭਾਵੇਂ ਤੁਸੀਂ ਬਾਕੀ ਜਿੰਨੀ ਮਸ਼ੱਕਤ ਕਰ ਲਓ, ਜਪੋ ਤਾਂ ਇੱਕੋ ਨਾਮ, ਇੱਕੋ ਨਾਮ ਵਾਹਿਗੁਰੂ ਦਾ ਜਪੋ ਪਿਆਰੇ। ਅਵਰ ਨਰਾਫਲ ਕੰਮ, ਹੋਰ ਕੰਮ ਨੇਫਲਾ। ਜਿਹੜੇ ਮਨ 'ਚ ਆਪਣੇ ਚੱਲਦੇ ਆ ਵਿਚਾਰ, ਕਿਰਤ ਦੇ ਨਾਲ ਹੋਰ ਗੱਲਾਂ ਮਨ 'ਚ ਚੱਲਣ ਲੱਗ ਜਾਂਦੀਆਂ। ਹੱਥਾਂ ਨਾਲ ਕੰਮ ਕਰ ਰਹੇ ਹੁੰਦੇ ਆ, ਮਨ 'ਚ ਬੁਰੇ ਖਿਆਲ ਪੈਦਾ ਹੋ ਜਾਂਦੇ ਆ। ਕਈ ਵਾਰੀ ਕਿਸੇ ਪ੍ਰਤੀ, ਦੂਜੇ ਪ੍ਰਤੀ ਨਫ਼ਰਤ, ਦੂਜਿਆਂ ਪ੍ਰਤੀ ਗਲਾਨੀ, ਦੂਜਿਆਂ ਪ੍ਰਤੀ ਈਰਖਾ, ਦੂਜਿਆਂ ਪ੍ਰਤੀ ਸਾੜਾ, ਦੂਜਿਆਂ ਦੀ ਚੜ੍ਹਦੀ ਕਲਾ ਦੇਖ ਕੇ ਬਰਦਾਸ਼ਤ ਨਾ ਕਰਨਾ, ਦੂਜਿਆਂ ਨੂੰ ਚਾਹੁਣਾ ਇਹਦੇ ਸਿਰ 'ਤੇ ਪੱਗ ਨਾ ਰਹੇ, ਦੂਜਿਆਂ ਨੂੰ ਚਾਹੁਣਾ ਇਹਦੀ ਇੱਜ਼ਤ ਘਟੇ। ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਅੰਦਰ। ਅਵਰ ਨਰਾਫਲ ਕੰਮ, ਇਹ ਨਰਾਫਲ ਆ। ਇਹਨਾਂ 'ਚੋਂ ਕਦੇ ਕਿਸੇ ਨੇ ਕੁਝ ਨਹੀਂ ਖੱਟਿਆ, ਸਗੋਂ ਉੱਥੇ ਜਿੱਥੇ ਖਿਆਲ ਚੱਲ ਰਹੇ ਆ, ਜਪੋ ਤਾਂ ਇੱਕੋ ਨਾਮਾ, ਉੱਥੇ ਨਾਮ ਜਪਣਾ ਚਾਹੀਦਾ ਵਾਹਿਗੁਰੂ ਦਾ। ਰਹਾਓ ਇਹ ਮਨ ਈਟੀ ਹਾਥ ਕਰੋ, ਫੁਨ ਨੇਤਰੋਂ ਨੀਂਦ ਨਾ ਆਵੇ। ਜਿਸ ਤਰ੍ਹਾਂ ਇੱਕ ਤੇ ਦੁੱਧ ਨੂੰ ਰਿੜਕਣ ਵਾਲੀ, ਮੱਥਨ ਕਰਨ ਵਾਲੀ ਜਿਹੜੀ ਔਰਤ ਆ, ਦਹੀਂ ਰਿੜਕਣ ਵਾਲੀ ਔਰਤ ਆ, ਉਹ ਕੀ ਕਰਦੀ ਹੈ ਕਿ ਉਹ ਰੱਸੀਆਂ ਜਿਹੜੀਆਂ ਪੁਰਾਣਾ ਜ਼ਮਾਨਾ ਮਧਾਣੀ ਦੀਆਂ, ਤੇ ਰੱਸੀਆਂ ਨੂੰ ਹੱਥਾਂ ਵਿੱਚ ਫੜਦੀ ਆ। ਰੱਸੀਆਂ ਦੇ ਸਿਖਰ 'ਤੇ ਈਟੀਆਂ ਲੱਗੀਆਂ ਹੁੰਦੀਆਂ, ਦੋ ਲੱਕੜ ਦੀਆਂ ਡੀਟੀਆਂ, ਉਹਨਾਂ ਨੂੰ ਹੱਥ ਵਿੱਚ ਫੜ ਕੇ ਹੌਲੀ ਹੌਲੀ ਮੱਥਨ ਹੁੰਦਾ, ਤੇ ਫਿਰ ਉਹ ਲੱਸੀ ਬਣਦੀ ਆ, ਮੱਖਣ ਨਿਕਲਦਾ ਹੈ। ਇੱਦਾਂ ਹੀ ਬੰਦਗੀ ਆ। ਮਨ ਨੂੰ ਹੱਥਾਂ ਵਿੱਚ ਫੜ ਕੇ ਈਟੀਆਂ ਦੇ ਵਾਂਗ, ਉਹ ਡੀਟੀਆਂ ਦੇ ਵਾਂਗ ਹੌਲੀ 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 ਸਹਿਜ ਬਲੋਵੋ, ਹਰ ਕਾ ਬਿਲੋਵਣਾ, ਬਿਲੋਵੋ ਮੇਰੇ ਭਾਈ। ਹੌਲੀ ਹੌਲੀ ਉਹਨੂੰ ਪਿਆਰ ਦੇ ਨਾਲ ਰਿੜਕਣਾ ਪੈਂਦਾ ਹੈ ਜੀਵ ਨੂੰ, ਤੇ ਫਿਰ ਉਹ ਸੱਚੀ ਹੀ ਅੰਮ੍ਰਿਤ ਪ੍ਰਾਪਤ ਹੁੰਦਾ ਅੰਦਰੋਂ ਹੀ। ਰਸਨਾ ਨਾਮ ਜਪੋ ਤਬ ਮਥੀਐ, ਇਨ ਵਿਦ ਅੰਮ੍ਰਿਤ ਪਾਵੋ। ਜਿਵੇਂ ਦੁੱਧ ਵਿੱਚ ਪਹਿਲਾਂ ਦੁੱਧ ਵਿੱਚ ਦਿਖਦਾ ਨਹੀਂ ਕਿ ਘਿਓ ਆ, ਇਹਦੇ ਵਿੱਚ ਲੱਸੀ ਆ, ਪਹਿਲਾਂ ਦੁੱਧ ਹੀ ਲੱਗਦਾ। ਇੱਦਾਂ ਪਹਿਲਾਂ ਜੀਵ ਹੀ ਲੱਗਦੀ ਆ, ਰਸਨ ਨਹੀਂ ਲੱਗਦੀ ਆ। ਹੌਲੀ ਹੌਲੀ ਫਿਰ ਉਹਦੇ ਵਿੱਚੋਂ ਹੀ ਇਹ ਸਾਰੀਆਂ ਚੀਜ਼ਾਂ ਨਿਕਲਦੀਆਂ। ਪਹਿਲਾਂ ਬੰਦਾ ਮੰਨਦਾ ਨਹੀਂ, ਕੋਈ ਬੱਚਾ ਮੰਨਦਾ ਨਹੀਂ ਕਿ ਇਹ ਚੀਜ਼ ਹੋ ਸਕਦੀ ਆ। ਇਹ ਛੱਡੋ, ਛੋਟਾ ਜਿਹਾ ਬੀਜ ਹੋਵੇ ਬੋਹੜ ਦੇ ਦਰਖਤ ਦਾ, ਤਲੀ 'ਤੇ ਰੱਖ ਕੇ ਕਹੀਏ ਕਿ ਬੋਹੜ ਬਣ ਜੂਗਾ, ਕਿਸੇ ਬੱਚੇ ਨੂੰ ਦਰਖਤ ਬਣ ਜੂ ਵੱਡਾ, ਬੱਚਾ ਨਹੀਂ ਮੰਨੇਗਾ ਉਹਨੂੰ। ਇਸ ਤਰ੍ਹਾਂ ਬਹੁਤ ਚੀਜ਼ਾਂ ਜਿਹੜੀਆਂ ਨਾ ਮੰਨਣ ਯੋਗ ਹੁੰਦੀਆਂ, ਪਰ ਉਹ ਹੁੰਦੀਆਂ ਨੇ। ਰਸਨਾ ਦੇ ਨਾਲ ਕਿਹਾ ਹੋਇਆ ਵਾਹਿਗੁਰੂ ਅੰਮ੍ਰਿਤ ਪੈਦਾ ਕਰਦਾ, ਹੁਣ ਸਾਨੂੰ ਨਹੀਂ ਪਤਾ, ਪਰ ਇਹ ਕਰਦਾ ਹੈ। ਜਿਸ ਤਰ੍ਹਾਂ ਕਿ ਉਹ ਬੀਜ ਤਲੀ 'ਤੇ ਰੱਖਿਆ ਹੋਇਆ ਕਹਿ ਰਿਹਾ ਹੈ ਪਿਤਾ ਪੁੱਤਰ ਨੂੰ ਕਿ ਇਹ ਵੱਡਾ ਹੋ ਕੇ ਬੋਹੜ ਦਾ ਦਰਖਤ ਬਣ ਸਕਦਾ, ਜਿਹਦੀ ਸਾਂਭ ਸੰਭਾਲ ਹੋ ਜੇ, ਪਰ ਬੱਚਾ ਉਹਨੂੰ ਮੰਨਣ ਤੋਂ ਰਾਜ਼ੀ ਨਹੀਂ। ਇੱਦਾਂ ਹੀ ਗੁਰੂ ਸਾਹਿਬ ਜੀ ਸਾਨੂੰ ਕਹਿ ਰਹੇ ਆ, ਬੰਦਿਆ ਤੇਰੀ ਰਸਨਾ ਤੈਨੂੰ ਰੱਬ ਦੇ ਨੇੜੇ ਲਿਜਾ ਸਕਦੀ ਆ, ਉਦੋਂ ਬੰਦਾ ਮੰਨਦਾ ਨਹੀਂ, ਸੁਣਦਾ ਨਹੀਂ। ਤੇਰੀ ਜੀਭ ਹੀ ਤੈਨੂੰ ਰੱਬ ਦੇ ਨੇੜੇ ਲਿਜਾ ਸਕਦੀ ਆ। ਜਿਸ ਤਰ੍ਹਾਂ ਉਹ ਪਿਤਾ ਕਹਿ ਰਿਹਾ ਕਿ ਇਹ ਬੀਜ ਦਰਖਤ ਬਣ ਸਕਦਾ, ਛੋਟਾ ਬੱਚਾ ਨਹੀਂ ਮੰਨਦਾ, ਅਸੀਂ ਵੀ ਨਹੀਂ ਮੰਨਦੇ। ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ। ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ। ਰੱਜ ਉਦੋਂ ਹੀ ਆਉਂਦਾ ਜਦੋਂ ਸੰਤੋਖ ਆਉਂਦਾ। ਰੱਜ ਉਦੋਂ ਹੀ ਆਉਂਦਾ ਜਦੋਂ ਸੰਤੋਖ ਆਉਂਦਾ। ਪੈਸੇ ਨਾਲ ਵੀ ਰੱਜ ਨਹੀਂ ਆਉਂਦਾ, ਵਧੀਆ ਕੋਠੀ ਪਾਈ ਹੋਵੇ ਉਹਦੇ ਨਾਲ ਵੀ ਰੱਜ ਨਹੀਂ ਆਉਂਦਾ, ਸੰਤੋਖ ਨਹੀਂ ਰੱਜ ਆਉਂਦਾ।
हमेशा संतोख नहीं राज आया है। पूजा प्राण सेवक जे सेवे, इन विद साहिब रवत रहे। पूजा शब्द की, पूजा अकाल की, परचा शब्द का। इस तरह वाहिगुरू नाल प्यार बना के ही कोई रंग सकदा ਉਹਦੇ रंगां ਦੇ ਵਿੱਚ, ਇਸ ਤੋਂ ਬਿਨਾਂ नहीं। ਮੌਲਾਨਾ ਰੂਮੀ ਜੀ ਦੀ ਇੱਕ ਕਿਤਾਬ ਪੜ੍ਹ ਰਿਹਾ ਸੀ ਮੈਂ, ਮੈਨੂੰ ਬੜੀ ਵਧੀਆ ਲੱਗੀ ਉਹਨਾਂ ਦੀ ਪੁਸਤਕ। ਉਹਦੇ ਵਿੱਚ ਬੜੀਆਂ ਚੰਗੀਆਂ ਗੱਲਾਂ ਲਿਖੀਆਂ ਹੋਈਆਂ ਨੇ। ਕਹਿੰਦੇ ਕਿ ਜਦੋਂ ਤੁਹਾਡਾ ਗੁਰੂ ਤੁਹਾਨੂੰ ਇਹ ਆਖਦਾ ਹੈ ਕਿ ਇਬਾਦਤ ਵਿੱਚ ਹੀ ਸੁੱਖ ਆ, ਸੁੱਖ ਨਾ ਹੀ ਬਹੁਤੇ ਧਨ ਖਾਟੇ। ਪੈਸੇ ਕਮਾਉਣ ਨਾਲ ਵੀ ਲੋੜਾਂ ਪੂਰੀਆਂ ਹੋ ਸਕਦੀਆਂ, ਮਨ ਨਹੀਂ ਟਿਕਦਾ। ਸੁੱਖ ਨਾ ਹੀ ਪੇਖੇ ਨਿਰਤ ਨਾਟੇ। ਬਹੁਤੇ ਨਾਟਕ ਚੇਟਕ ਕਰਨ ਦੇ ਨਾਲ ਸੁੱਖ ਨਹੀਂ ਮਿਲ ਸਕਦਾ। ਹਾਂ, ਮਨ ਦਾ ਚਾਅ ਹੋ ਸਕਦਾ। ਸੁੱਖ ਨਾ ਹੀ ਬਹੁ ਦੇਸ਼ ਕਮਾਏ। ਬਹੁਤ ਦੇਸ਼ਾਂ 'ਚ ਘੁੰਮਣ ਨਾਲ ਵੀ ਸੁੱਖ ਨਹੀਂ ਹੋ ਸਕਦਾ। ਜਾਣਕਾਰੀ ਇਕੱਠੀ ਹੋ ਸਕਦੀ ਹੈ ਕਿ ਫਲਾਣੇ ਦੇਸ਼ ਦੇ ਆਹ ਰੂਲ ਆ, ਆਹ ਰੈਗੂਲੇਸ਼ਨ ਆ, ਪਰ ਇਵੇਂ ਨਹੀਂ ਹੋ ਸੁੱਖ ਨਹੀਂ। ਅਤੇ ਉਹ ਕਹਿੰਦੇ ਜਦੋਂ ਸਾਨੂੰ ਕਿ ਤੁਹਾਡੇ ਗੁਰੂ ਜਾਂ ਸੰਤ ਕਹਿੰਦੇ ਆ, ਜਿਹੜਾ ਗਰਭ ਵਾਲਾ ਬੱਚਾ ਹੁੰਦਾ ਮਾਂ ਦੇ ਪੇਟ 'ਚ, ਅਤੇ ਉਹਨੂੰ ਜੇ ਆਪਾਂ ਕਹੀਏ ਕਿ ਬਾਹਰ ਦੁਨੀਆ ਹੈਗੀ ਆ, ਬਾਹਰ ਦੁਨੀਆ ਵਿੱਚ ਸੂਰਜ ਚੰਨ ਤਾਰੇ ਆ, ਫੁੱਲ ਖਿੜਦੇ ਆ, ਉੱਥੇ ਬਹੁਤ ਕੁਝ ਸੋਹਣਾ ਵਾ, ਉਹ ਜਿਹੜਾ ਗਰਭ ਦਾ ਬੱਚਾ ਮੰਨਣ ਨੂੰ ਤਿਆਰ ਨਹੀਂ ਹੋ ਸਕਦਾ। ਉਹ ਕਹੂਗਾ ਇੱਥੇ ਤਾਂ ਅੱਗ ਤੋਂ ਬਿਨਾਂ ਹੈ ਹੀ ਨਹੀਂ ਕੁਝ, ਦੁਨੀਆ ਇੱਦਾਂ ਦੀ ਹੋਈ ਆ। ਉਹਨੂੰ ਲੱਗਦਾ ਇੱਦਾਂ ਦੀ ਦੁਨੀਆ, ਜਦ ਕਿ ਗਰਭ ਤੋਂ ਬਾਹਰ ਵੀ ਇੱਕ ਦੁਨੀਆ ਹੈ। ਅਸੀਂ ਉੱਥੇ ਬਾਹਰ ਆ ਗਏ, ਵਿੱਚੋਂ ਗਰਭੈ ਨਿਕਲ ਆਇਆ। ਸਾਰੀਆਂ ਬਾਣੀ ਦੀਆਂ ਪੰਗਤੀਆਂ, ਖਸਮ ਵਿਸਾਰ ਦੁਨੀ ਚਿਤ ਲਾਇਆ। ਮਾਂ ਦੇ ਗਰਭ ਵਿੱਚੋਂ ਬਾਹਰ ਆ ਕੇ ਵੀ ਬੰਦਾ ਬਾਹਰ ਨਹੀਂ ਆਇਆ, ਉੱਥੇ ਹੀ ਆ। ਉਨੀ ਕੀ ਇਹਦੀ ਦੁਨੀਆ ਹੈ। ਜਦੋਂ ਸੰਤ ਸਾਨੂੰ ਕਹਿੰਦੇ ਆ ਕਿ ਇਬਾਦਤ ਵਿੱਚ ਸੌਖਾ, ਬੰਦਗੀ ਵਿੱਚ ਇੱਦਾਂ, ਨਾਮ ਸਿਮਰਨ ਵਿੱਚ ਸੱਚੀ ਅੰਮ੍ਰਿਤ ਡੁੱਲਦਾ, ਰਸ ਆਉਂਦਾ, ਬਹੁਤ ਇਹ ਮਿੱਠੀ ਆ ਬੰਦਗੀ, ਸਵਾਦ ਇਹਦਾ ਅਲੱਗ ਆ ਸਭ ਤੋਂ, ਇਹ ਅੰਮ੍ਰਿਤ ਆ। ਉਦੋਂ ਬੰਦਾ ਯਕੀਨ ਨਹੀਂ ਕਰਦਾ। ਤਲੀ 'ਤੇ ਰੱਖ ਕੇ ਬੀਜ ਪਿਤਾ ਪੁੱਤ ਨੂੰ ਕਹਿ ਰਿਹਾ ਕਿ ਦਰਖਤ ਬਣ ਜੂਗਾ, ਪੁੱਤ ਯਕੀਨ ਹੀ ਨਹੀਂ ਕਰ ਰਿਹਾ, ਉਹਦਾ ਵਿਸ਼ਵਾਸ ਹੀ ਨਹੀਂ। ਉਹਨੂੰ ਬੀਜਿਆ ਗਿਆ, ਉਹਨੂੰ ਪਾਣੀ ਦਿੱਤਾ ਗਿਆ, ਇੱਕ ਦਿਨ ਸਮਾਂ ਪਿਆ ਅਤੇ ਬੋਹੜ ਬਣ ਗਿਆ। ਸੰਤਾਂ ਨੇ ਹੌਲੀ ਹੌਲੀ ਵਾਹਿਗੁਰੂ ਦਾ ਨਾਮ ਜਪਿਆ ਅਤੇ ਸੰਤ ਜਿਹੜੇ ਰੱਬ ਹੋ ਗਏ। ਹਰ ਕਾ ਸੇਵਕ ਸੋ ਹਰਿ ਜਿਹਾ। ਸਮਾਂ ਉਹਨਾਂ ਨੂੰ ਲੱਗਾ ਔਰ ਉਹੋ ਜਿਹੇ ਹੋ ਗਏ ਸੀ। ਤਾਂ ਮੌਲਾਨਾ ਰੂਮੀ ਜੀ ਇਹ ਕਹਿ ਰਹੇ, ਅਸੀਂ ਆਪਦੇ ਗੁਰੂ 'ਤੇ ਯਕੀਨ ਨਹੀਂ ਕਰਦੇ। ਜਦੋਂ ਗੁਰੂ ਸਾਹਿਬ ਜੀ ਕੁਝ ਕਹਿੰਦਾ ਅਸੀਂ ਸੁਣਦੇ ਕੁਝ ਹਾਂ, ਗੁਰੂ ਸਾਹਿਬ ਜੀ ਦਿਖਾਉਂਦੇ ਕੁਝ ਆ, ਇਸ਼ਾਰਾ ਕਰਦੇ ਆ, ਦੇਖ ਲੈਂਦੇ ਕੁਝ ਆ। ਤਾਂ ਲੋੜ ਨਾਲੋਂ ਵੱਧ ਅੱਖਾਂ 'ਤੇ ਪਰਦੇ ਪਏ ਆ, ਲੋੜ ਨਾਲੋਂ ਵੱਧ ਕੰਨਾਂ 'ਤੇ ਵੀ ਪਰਦੇ ਪਏ ਆ। ਗੁਰੂ ਕਹਿੰਦਾ ਕੁਝ ਆ, ਸੁਣਦੇ ਕੁਝ ਆ, ਦਿਖਾਉਂਦਾ ਕੁਝ ਆ, ਦੇਖਦੇ ਕੁਝ ਆ। ਇਵੇਂ ਜੀਵ ਦਾ ਕੰਮ ਹੈ। ਗੁਰੂ ਸਾਹਿਬ ਇੱਥੇ ਕਹਿ ਰਹੇ ਆ ਕਿ ਰਸਨਾ ਨਾਮ ਜਪੋ ਤਬ ਮਥੀਐ। ਉਹ ਬੀਬੀ ਜਿਹੜੀ ਆ, ਉਹ ਔਰਤ ਜਿਹੜੀ ਆ, ਮਧਾਣੀ ਦੇ ਨਾਲ, ਹੱਥਾਂ ਦੇ ਨਾਲ ਹੌਲੀ ਹੌਲੀ ਰੜਕ ਰਹੀ ਆ, ਅਤੇ ਉਹ ਲੱਸੀ ਉਹਨੂੰ ਮਿਲ ਰਹੀ ਆ, ਮੱਖਣ ਉਹਨੂੰ ਮਿਲ ਰਿਹਾ। ਇਵੇਂ ਤੂੰ ਵੀ ਆਪਦੀ ਜੀਭ ਨਾਲ ਰਿੜਕ ਨਾ ਵਾਹਿਗੁਰੂ ਨੂੰ, ਉਹਨੂੰ ਮੱਖਣ ਅਤੇ ਉਹਨੂੰ ਲੱਸੀ ਪ੍ਰਾਪਤ ਹੋਊਗੀ, ਦੁੱਧ ਰਿੜਕਣ ਦੇ ਨਾਲ, ਦਹੀਂ ਰਿੜਕਣ ਦੇ ਨਾਲ, ਅਤੇ ਤੈਨੂੰ ਸਿੱਖਾ ਅੰਮ੍ਰਿਤ ਮਿਲੂਗਾ ਤੇਰੇ ਅੰਦਰੋਂ। ਦੁੱਧ ਵਿੱਚੋਂ ਉਹਨੂੰ ਸਭ ਕੁਝ ਮਿਲਿਆ, ਤੈਨੂੰ ਤੇਰੀ ਰਸਨਾ ਵਿੱਚੋਂ ਹੀ ਮਿਲੂਗਾ। ਰਸਨਾ ਦੇ ਵਿੱਚੋਂ ਹੀ ਤੈਨੂੰ ਪਦਾਰਥ ਮਿਲੂਗਾ ਜਿਹਨੂੰ ਨਾਮ ਰੂਪੀ ਅੰਮ੍ਰਿਤ ਕਹਿੰਦੇ ਆ। ਹੁਣ ਦੁੱਧ ਤੋਂ ਹੀ ਕਿੰਨੀਆਂ ਚੀਜ਼ਾਂ ਬਣ ਜਾਂਦੀਆਂ, ਮਠਿਆਈਆਂ, ਦਹੀਂ, ਲੱਸੀ, ਮੱਖਣ, ਘਿਓ। ਅੱਗੇ ਉਹਨੂੰ ਗਰਮ ਕਰੀਏ, ਮੱਖਣੀ ਨੂੰ, ਘਿਓ ਨਿਕਲਦਾ। ਇਹ ਕਿੰਨੇ ਰੂਪ ਆ ਉਹਦੇ। ਪਹਿਲਾਂ ਤੁਸੀਂ ਗਲਾਸ ਭਰ ਕੇ ਦੇਖੋ ਅਤੇ ਉਹ ਲੱਗਦਾ ਹੀ ਨਹੀਂ ਵੀ ਇਹ ਇੰਨੀਆਂ ਚੀਜ਼ਾਂ ਬਣ ਜਾਣਗੀਆਂ। ਜਦੋਂ ਆਪਾਂ ਛੋਟੇ ਹੁੰਦੇ ਆਪਾਂ ਨੂੰ ਪਤਾ ਨਹੀਂ ਹੁੰਦਾ। ਕਲਾ ਉਹਨਾਂ ਕੋਲ, ਬੀਬੀਆਂ ਕੋਲ ਕਲਾ, ਉਹਨੂੰ ਰਸੋਈ ਵਿੱਚ ਕਲਾ ਅਤੇ ਉਹ ਕੱਢ ਲੈਂਦੀਆਂ ਉੱਦਾਂ। ਜਾਂ ਵਿਅਕਤੀ ਬਹੁਤ ਸਾਰੇ ਇੱਦਾਂ ਦੇ ਜਿਹੜੇ ਕੰਮ ਕਰਦੇ ਆ ਸਾਰੇ ਇਹ। ਤਾਂ ਹੁਣ ਉਹ ਰਸਨਾ ਦੇ ਵਿੱਚੋਂ ਹੀ ਇਹ ਸਾਰੀਆਂ ਚੀਜ਼ਾਂ ਬਾਹਰ ਆਉਣੀਆਂ ਸੀ, ਪਰ ਬੰਦਾ ਮੰਨਦਾ ਨਹੀਂ। ਕਹਿੰਦੇ ਕਹੇ ਜਾਵੇ। ਸਾਰੇ ਆਪਦੇ ਆਪ ਨੂੰ ਵੱਡਾ ਕਹਿ ਕੇ ਟੁਰ ਜਾਂਦੇ ਆ। ਕੋਈ ਨਹੀਂ ਕਹਿੰਦਾ ਮੇਰਾ ਗੁਰੂ ਵੱਡਾ, ਦਿਲੋਂ ਨਹੀਂ ਕੋਈ ਕਹਿੰਦਾ। ਆਪਦੇ ਆਪ ਨੂੰ ਹਉਮੈ ਕਰਕੇ ਬੰਦਾ ਵੱਡਾ ਸਮਝਦਾ। ਜ਼ਮੀਨ ਹੁਣ ਅਸਮਾਨ ਨੂੰ ਪੁੱਛਦੀ ਆ, ਜਿਮੀ ਪੁੱਛੈ ਅਸਮਾਨ ਫਰੀਦਾ।
ਜ਼ਮੀਨ ਨੇ ਅਸਮਾਨ ਨੂੰ ਪੁੱਛਿਆ, ਖੇਵਟ ਕਿੰਨ ਗਏ। ਖੇਵਟ ਕਹਿੰਦੇ ਆ ਵੱਡੇ ਆਗੂਆਂ ਨੂੰ, ਵੱਡੇ ਵੱਡੇ ਰਾਜਨੀਤਿਕ ਲੋਕ। ਜ਼ਮੀਨ ਅਸਮਾਨ ਨੂੰ ਕਹਿੰਦੀ, ਹੇ ਅਸਮਾਨ, ਤੂੰ ਤਾਂ ਹਰ ਜਗ੍ਹਾ ਹੈ, ਤੂੰ ਮੈਨੂੰ ਇਹ ਦੱਸ ਵੀ ਕਿੰਨੇ ਕੁ ਵੱਡੇ ਵੱਡੇ ਲੋਕ ਇੱਥੇ ਚਲੇ ਗਏ ਦੁਨੀਆ ਤੋਂ। ਤਾਂ ਅਸਮਾਨ ਬੋਲਿਆ, ਬਾਬਾ ਫਰੀਦ ਜੀ ਕਹਿੰਦੇ, ਅਸਮਾਨ ਨੇ ਅੱਗੋਂ ਜਵਾਬ ਦਿੱਤਾ, ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ। ਕਹਿੰਦੇ ਕਬਰਾਂ 'ਚ ਜਾ ਕੇ ਵੱਡੇ ਵੱਡੇ ਲੋਕ ਗਲ ਗਏ ਆ ਅਤੇ ਸ਼ਮਸ਼ਾਨ ਘਾਟ 'ਚ ਜਾ ਕੇ ਜਲਾਏ ਗਏ ਆ, ਅਤੇ ਉਹਨਾਂ ਦੀ ਜਿੰਦ ਨੂੰ ਉਲਾਮੇ ਮਿਲੇ ਆ। ਜਿੰਦ ਉਲਾਮੇ ਜੀ ਸਹੇ, ਜਿੰਦ ਨੂੰ ਉਲਾਮੇ ਦਿੱਤੇ ਗਏ ਆ ਕਿ ਤੂੰ ਕੁਝ ਜਿੰਦੇ ਚੰਗਾ ਕਰਮ ਨਹੀਂ ਕਰਕੇ ਆਈ। ਹਰ ਜਪਦਿਆਂ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਹੇ ਮੇਰੀ ਜਿੰਦੜੀਏ, ਹੇ ਜਿੰਦੇ, ਤੂੰ ਰੱਬ ਦਾ ਨਾਮ ਨਹੀਂ ਜਪਿਆ, ਹੁਣ ਵੀ ਜਪ ਲਾ। ਮੱਤ ਕੇ ਜਾਪੇ ਸਾ ਆਵੇ ਕੇ ਨਾ ਆਵੇ ਰਾਮ। ਇਸ ਤਰ੍ਹਾਂ ਦਾ ਇਹ ਜੀਵਨ ਆ। ਅਖੀਰਲੀ ਪੰਕਤੀ ਹੁਕਮਨਾਮੇ ਦੀ, ਭਗਤਹੀਣ ਨਾਨਕ ਜਨ ਜੰਪੈ, ਹਉ ਸਲਾਹੀ ਸੱਚਾ ਸੋਈ। ਭਗਤੀ ਤੋਂ ਹੀਣੇ ਬੰਦੇ ਜਿਹੜੇ ਆ, ਉਹਨਾਂ ਦੀ ਜ਼ਿੰਦਗੀ ਕੁਝ ਹੋਰ ਹੁੰਦੀ ਆ। ਭਗਤਾਂ ਦੇ ਨਾਲ ਪਿਆਰ ਕਰਕੇ ਜਿਹੜੀ ਜ਼ਿੰਦਗੀ ਕੱਢਣੀ ਆ, ਉਹਦੀਆਂ ਗੱਲਾਂ ਹੀ ਗਾਂਹ ਹੁੰਦੀਆਂ, ਉਹਦੀ ਸਿਫਤ ਸਲਾਹ ਦੇ ਵਿੱਚ ਸੱਚਾ ਸੁੱਖ ਹੁੰਦਾ। ਇਸ ਕਰਕੇ ਉਹ ਸਾਰੀਆਂ ਚੀਜ਼ਾਂ ਯਾਦ ਆ ਜਾਂਦੀਆਂ ਕਿ ਗੁਰੂ ਸਾਹਿਬ ਜੀ 'ਤੇ ਭਰੋਸਾ ਬਣਾਓ, ਆਪਦੇ ਗੁਰੂ ਨਾਲ ਪਿਆਰ ਕਰੋ। ਪਿਆਰ ਹੀ ਪਰਮਾਤਮਾ ਹੈ, ਪਰਮਾਤਮਾ ਹੀ ਪਿਆਰ ਹੈ। ਪ੍ਰੇਮ ਦੇ ਨਾਲ ਹੀ ਉਹ ਮਿਲਦਾ ਹੈ, ਨਫ਼ਰਤ ਦੇ ਨਾਲ ਨਹੀਂ। ਇਸ ਕਰਕੇ ਤੁਹਾਡੇ ਮੁਖੜੇ ਦੇ ਅੱਗੇ ਗੁਰੂ ਨਾਨਕ ਸਾਹਿਬ ਜੀ, ਚੰਨ ਵੀ ਸ਼ਰਮਿੰਦਾ ਹੈ, ਚੰਦਰਮਾ ਵੀ ਸ਼ਰਮਿੰਦਾ ਹੈ, ਅਤੇ ਆਹ ਸਾਰੇ ਜਹਾਨ ਦਾ ਸੂਰਜ ਤੁਹਾਡਾ ਗੁਲਾਮ ਆ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਸਾਰੇ ਜਹਾਨ ਦਾ ਸੂਰਜ ਤੁਹਾਡਾ ਗੁਲਾਮ ਆ। ਕਹੋ ਤੇ ਚੜ੍ਹ ਜਾਂਦਾ, ਤੁਸੀਂ ਕਹੋ ਤੇ ਛਿਪ ਜਾਂਦਾ। ਇਸ ਕਰਕੇ ਤੇ ਅਸੀਂ ਆਪਣੇ ਪਾਪਾਂ ਨਾਲ ਭਰਿਆ ਹੋਇਆ ਦਿਲ, ਦਿਮਾਗ ਤੇ ਮਨ ਤੇ ਵਿਕਾਰ ਤੁਹਾਡੇ ਅੱਗੇ ਮੱਥਾ ਟੇਕਦੇ ਹਾਂ। ਰੱਖ ਕੇ ਚੁੱਕਣਾ ਨਹੀਂ ਚਾਹੁੰਦੇ, ਪਰ ਚੁੱਕ ਲੈਂਦੇ। ਪਾਪਾਂ ਨਾਲ ਭਰਿਆ ਹੋਇਆ ਜਿਹੜਾ ਮਨ ਆ, ਜਾਂ ਸਾਡਾ ਦਿਮਾਗ ਆ, ਸਾਡਾ ਸਿਰ ਆ, ਅਸੀਂ ਤੁਹਾਡੇ ਅੱਗੇ ਇਹਨੂੰ ਮੱਥਾ ਟੇਕਦੇ ਹਾਂ। ਕਿਉਂ ਤੁਹਾਡੇ ਅੱਗੇ ਮੱਥਾ ਟੇਕਦੇ ਹਾਂ? ਜੇ ਮੈਂ ਪਾਪੀ ਹਾਂ, ਜੇ ਮੈਂ ਗੁਨਾਹਗਾਰ ਹਾਂ, ਅਤੇ ਤੂੰ ਬਖਸ਼ਣਹਾਰ ਹੈ। ਹਾਂ ਪਾਪੀ ਤੂੰ ਬਖਸ਼ਣਹਾਰ। ਹੋਰ ਅੱਗੇ ਨਹੀਂ ਇਹ ਰੱਖਿਆ ਜਾਣਾ। ਲੋਕ ਨਫ਼ਰਤ ਕਰਨਗੇ ਜੇ ਮੈਂ ਕਿਸੇ ਨੂੰ ਦੱਸਤਾ ਮੇਰੇ ਵਿੱਚ ਇਹ ਕਮੀ ਆ। ਲੋਕ ਉਹ ਭਰਿਆ ਹੋਇਆ ਜਿਹੜਾ ਪਾਪਾਂ ਨਾਲ ਦਿਲ ਆ, ਉਹਨੂੰ ਨਹੀਂ ਲੈ ਸਕਦੇ। ਉਹ ਗੁਰੂ ਦਾ ਜਿਗਰਾ ਏਡਾ। ਇਸ ਕਰਕੇ ਅਸੀਂ ਉਹਨਾਂ ਤੋਂ ਵਾਰੇ ਜਾਣੇ, ਭਾਈ ਮਰਦਾਨਾ ਜੀ ਤੋਂ, ਜਿਨ੍ਹਾਂ ਨੇ ਇਸ਼ਕ ਦੀ ਸਾਨੂੰ ਲਾਗ ਲਾਈ ਹੈ। ਅਸੀਂ ਉਹਨਾਂ ਦੇ ਜੀਵਨ ਤੋਂ ਸਿੱਖਿਆ ਕਿਵੇਂ ਤੁਹਾਨੂੰ ਪਿਆਰ ਕਰਨਾ, ਕਿਸ ਤਰ੍ਹਾਂ ਦਾ ਜੀਵਨ ਹੋਵੇ। ਅੱਜ ਬਹੁਤ ਹੀ ਪਿਆਰੇ ਭਾਈ ਗੁਰੂ ਪਿਆਰੀ ਸੰਗਤ ਜੀ, ਸਾਈਂ ਮੀਆਂ ਮੀਰ ਜੀ, ਉਹਨਾਂ ਦਾ ਅੱਜ ਦੇ ਦਿਨ ਜਾਣਾ ਹੋਇਆ। ਆਓ ਆਪਾਂ ਉਹਨਾਂ ਦੇ ਜੀਵਨ ਬਾਰੇ ਸਮਝੀਏ। ਕੀ ਸਨ ਉਹ? ਰੂਹਾਂ ਬਹੁਤ ਆਉਂਦੀਆਂ, ਰੂਹਾਂ ਬਹੁਤ ਜਾਂਦੀਆਂ ਹੋਣਗੀਆਂ, ਸਾਈਂ ਮੀਆਂ ਮੀਰ ਜੀ ਵਰਗੇ ਨਹੀਂ ਹੋਣੇ। ਅਤੇ ਸਾਈਂ ਮੀਆਂ ਮੀਰ ਜੀ ਜਿਹੜੇ ਨੇ 1530 ਈਸਵੀ ਦੇ ਵਿੱਚ ਲਾਹੌਰ ਦੇ ਵਿੱਚ ਨਾ ਇਹਨਾਂ ਦਾ ਆਉਣਾ ਹੋਇਆ। ਪਿਤਾ ਜੀ ਦਾ ਨਾਮ ਸਾਈਂ ਦਿੱਤਾ ਜੀ ਸੀ। ਮਾਤਾ ਜੀ ਬਾਰੇ ਕੋਈ ਮਿਲਦੀ ਨਹੀਂ ਖਬਰ, ਇਤਿਹਾਸਕਾਰ ਜਿਹੜੇ ਨੇ ਉਹਨਾਂ ਨੂੰ ਖੋਜ ਲੱਭੀ ਨਹੀਂ। ਪਿਤਾ ਜੀ ਬਾਰੇ ਹੀ ਪਤਾ ਲੱਗਾ ਹੈ। ਸਾਈਂ ਦਿੱਤਾ ਜੀ ਦੇ ਘਰੇ ਇਹਨਾਂ ਦਾ ਪ੍ਰਕਾਸ਼ ਹੁੰਦਾ। ਸਾਈਂ ਮੀਆਂ ਮੀਰ ਜੀ ਦਾ ਪਹਿਲਾ ਨਾਮ ਤਾਂ ਇਹਨਾਂ ਦਾ ਬਹੁਤ ਵੱਡਾ ਸੀ, ਮੀਰ ਮਯੂੰ ਉਲ ਅਸਲਾਮ ਪੂਰਾ ਨਾਮ ਸੀਗਾ। ਪਿਆਰ ਦੇ ਨਾਲ ਜਿਵੇਂ ਆਪਾਂ ਛੋਟਾ ਨਾਮ ਰੱਖ ਲੈਂਦੇ ਹਾਂ, ਸਾਰੇ ਮੀਆਂ ਮੀਰ ਹੀ ਕਹਿਣ ਲੱਗ ਗਏ। ਸਾਈਂ ਜੀ, ਮੀਆਂ ਮੀਰ ਜੀ, 2 ਭੈਣਾਂ ਅਤੇ 3 ਭਰਾ ਇਹਨਾਂ ਦੇ ਨਾਲ ਘਰ ਵਿੱਚ ਪੈਦਾ ਹੁੰਦੇ ਆ। ਇਸ ਤਰ੍ਹਾਂ ਜਦੋਂ 7 ਸਾਲ ਦੇ ਹੋਏ, ਸਾਈਂ ਮੀਆਂ ਮੀਰ ਜੀ ਕੁਰਾਨ ਮਜੀਦ ਸਾਰੀ ਇਹਨਾਂ ਨੇ ਸਿੱਖ ਲਈ। 7 ਸਾਲ ਦੀ ਉਮਰ ਬਹੁਤ ਥੋੜ੍ਹੀ ਹੁੰਦੀ ਆ। ਕੁਰਾਨ ਮਜੀਦ, ਕੁਰਾਨ ਸ਼ਰੀਫ ਦੀਆਂ ਆਇਤਾਂ ਬਹੁਤ ਮਹਿੰਗੀਆਂ ਨੇ। ਗੁਰਬਾਣੀ ਹਜੇ ਸਰਲ ਆ, ਫਿਰ ਵੀ ਤੁਸੀਂ ਕਦੇ ਲਿਆ ਕੇ ਉਹਨੂੰ ਪੜ੍ਹਨਾ, ਉਹ ਇੱਦੋਂ ਵੀ ਔਖਾ।
7 ਸਾਲ ਦੀ ਉਮਰ ਦੇ ਵਿੱਚ ਉਹਨਾਂ ਸਾਰਾ ਕੁਝ ਕੰਠ ਕਰ ਲਿਆ। ਬਹੁਤ ਸੋਹਣਾ ਉਹਨਾਂ ਦਾ ਜੀਵਨ ਸੀ। ਅਤੇ ਗੁਰੂ ਅਰਜਨ ਦੇਵ ਜੀ ਹਜੇ ਗੱਦੀ 'ਤੇ ਸਜੇ ਨਹੀਂ, ਪਹਿਲਾਂ ਪਿਆਰ ਬਣ ਚੁੱਕਾ ਸੀ ਇਹਨਾਂ ਦਾ। ਗੁਰੂ ਪਾਤਸ਼ਾਹ ਨਾਲ ਪਿਆਰ ਬਣਾ ਲਿਆ। ਹੌਲੀ ਹੌਲੀ ਜਦੋਂ ਵੱਡੇ ਹੁੰਦੇ ਆ, ਸਫਾਈ ਬਹੁਤ ਪਸੰਦ ਸੀ ਸਾਈਂ ਮੀਆਂ ਮੀਰ ਜੀ ਨੂੰ। ਮਤਲਬ ਕਹਿਣਾ ਸਫਾਈ ਵਿੱਚ ਰੱਬ ਵਸਦਾ, ਸਾਫ ਸਫਾਈ ਜਿਹੜੀ ਹੁੰਦੀ ਆ ਅਤੇ ਉਹਦੇ ਵਿੱਚ ਰੱਬ ਵਸਦਾ। ਅਤੇ ਖੱਦਰ ਦਾ ਨਾ ਇਹ ਕੁੜਤਾ ਪਾਉਂਦੇ ਸੀ, ਦਸਤਾਰ ਸਜਾਉਂਦੇ ਸੀ। ਮੁਸਲਮਾਨ ਹੋਣ ਦੇ ਬਾਵਜੂਦ ਵੀ ਦਸਤਾਰ ਬੰਨ੍ਹਦੇ ਸੀ। ਇਹ ਸੱਚੇ ਮੁਸਲਮਾਨ ਜਿਹੜੇ ਆ ਅੱਜ ਵੀ ਦਸਤਾਰ ਬੰਨ੍ਹਦੇ ਆ, ਹੁਣ ਵੀ, ਅਤੇ ਉਹ ਦਸਤਾਰ ਬੰਨ੍ਹਦੇ ਆ। ਅਤੇ ਇਹਨਾਂ ਦੇ ਘਰ ਵਿੱਚ ਸਫਾਈ ਤਾਂ ਬਹੁਤ ਹੁੰਦੀ ਸੀ, ਪਰ ਸਾਦਗੀ ਇੰਨੀ ਸੀ। ਤੱਪੜ ਵਿਛੇ ਹੁੰਦੇ ਸੀਗੇ ਅਤੇ ਥੱਲੇ ਤੱਪੜ ਵਿਛਾਏ, ਬੋਰੀਆਂ ਵਿਛਾਈਆਂ ਹੁੰਦੀਆਂ ਸੀ। ਵੱਡੇ ਵੱਡੇ ਰਾਜੇ ਆਉਂਦੇ ਸੀ, ਕਿਉਂਕਿ ਬੰਦਗੀ ਬਹੁਤ ਕੀਤੀ ਇਹਨਾਂ ਨੇ। ਪਹਿਲਾਂ ਜੰਗਲ 'ਚ ਵੀ ਗਏ, ਵਿਆਹ ਨਹੀਂ ਇਹਨਾਂ ਨੇ ਕਰਵਾਇਆ, ਗ੍ਰਸਤ ਜੀਵਨ ਨਹੀਂ ਧਾਰਨ ਕੀਤਾ, ਆਪਣੀ ਮੌਜ ਸੀ ਫਕੀਰ ਦੀ, ਅਤੇ ਬਹੁਤ ਜ਼ਿਆਦਾ ਬੰਦਗੀ ਕੀਤੀ। ਵੱਡੇ ਵੱਡੇ ਰਾਜੇ ਆਉਂਦੇ ਸੀਗੇ, ਸ਼ਾਹਜਹਾਂ ਵੀ ਆਉਂਦਾ ਸੀ, ਜਹਾਂਗੀਰ ਵੀ ਆਉਂਦਾ ਸੀ, ਦਾਰਾ ਸ਼ਿਕੋਹ ਵੀ ਆਉਂਦਾ ਸੀ, ਔਰੰਗਜ਼ੇਬ ਵੀ ਇਹਨਾਂ ਦੇ ਅੱਗੇ ਝੁਕਦਾ ਸੀ। ਇਸ ਤਰ੍ਹਾਂ ਦਾ ਜੀਵਨ ਸੀ। ਪਰ ਉਹਨਾਂ ਨੂੰ ਜਦੋਂ ਆਉਂਦੇ ਸੀ ਅਤੇ ਉਦੋਂ ਨੂਰਜਹਾਂ ਵੀ ਆਉਂਦੀ ਸੀ, ਜਹਾਂਗੀਰ ਦੀ ਬੇਗਮ, ਉਹਨਾਂ ਨੂੰ ਤੱਪੜਾਂ 'ਤੇ ਬਹਿਣਾ ਪੈਂਦਾ ਸੀ। ਸਾਈਂ ਜੀ ਦਾ ਜੀਵਨ, ਇਹ ਕਮਾਈ ਇੰਨੀ ਸੀ, ਬੋਰੀਆਂ ਵਿਛੀਆਂ ਹੋਣੀਆਂ, ਉਹ ਰਾਜਿਆਂ ਨੂੰ ਉੱਥੇ ਬਹਿਣਾ ਪੈਂਦਾ ਸੀ ਆ ਕੇ। ਫਿਰ ਇਹਨਾਂ ਕੋਲੋਂ ਸਿੱਖ ਕੇ ਜਾਂਦੇ ਸੀ ਜੀਵਨ ਦੀਆਂ ਉਚਾਈਆਂ। ਇਹਨਾਂ ਦੀ ਇੱਕ ਗੱਲ ਹੋਰ ਆ ਜੀਵਨ ਦੇ ਵਿੱਚ ਮਿਲਦੀ, ਕੀਮਤੀ ਤੋਹਫਾ ਨਹੀਂ ਸੀ ਲੈਂਦੇ ਕਿਸੇ ਨੂੰ। ਬਸ ਇਹ ਪਿਆਰ ਹੀ ਅਸਲ ਦੇ ਵਿੱਚ ਨਾ, ਫਕੀਰਾਂ ਨੂੰ ਕੀ ਚਾਹੀਦਾ ਹੁੰਦਾ, ਪਿਆਰ ਵੰਡਦੇ ਆ ਇਹ, ਪਿਆਰ ਮੰਗਦੇ ਵੀ ਹੈ ਨਹੀਂ, ਬਸ ਇਹਨਾਂ ਨੇ ਪਿਆਰ ਵੰਡਣਾ ਹੁੰਦਾ। ਇੱਕ ਦਿਨ ਕੀ ਹੋਇਆ, ਸ਼ਾਹਜਹਾਂ ਆਇਆ, ਇਹਨਾਂ ਦੀ ਜੀਵਨ 'ਚ ਹੋਰ ਸਾਖੀ ਆਉਂਦੀ ਹੈ। ਅਤੇ ਉਹ ਨਾ ਖਜੂਰ ਦੀ ਬਣੀ ਹੋਈ ਮਾਲਾ ਲਿਆਇਆ, ਮਹਿੰਗੀ ਬਣਦੀ ਸੀ ਖਜੂਰਾਂ ਦੀ ਮਾਲਾ, ਦਿੱਤੀ ਸਾਈਂ ਮੀਆਂ ਮੀਰ ਜੀ ਨੂੰ, ਅਤੇ ਉਹਨਾਂ ਨੇ ਅੱਗੇ ਦੇਤੀ, ਰੱਖੀ ਨਹੀਂ ਕੋਲ। ਰਾਜਿਆਂ ਦੇ ਤੋਹਫੇ ਬਾਹਲੇ ਨਹੀਂ ਸੀ ਸਵੀਕਾਰ ਕਰਦੇ, ਪਰ ਕਿਸੇ ਨੂੰ ਕਹਿੰਦੇ ਵੀ ਨਹੀਂ ਸੀ ਜ਼ਿਆਦਾ। ਜਹਾਂਗੀਰ ਇੱਕ ਵਾਰੀ ਆਇਆ, ਜਹਾਂਗੀਰ ਸ਼ਰਾਬ ਬਹੁਤ ਪੀਂਦਾ ਸੀ। ਜਹਾਂਗੀਰ ਬਹੁਤ ਕੂੜ ਰਾਜਾ ਹੋਇਆ, ਅਤੇ ਬਹੁਤ ਉਹਦੀ ਜਿਹੜੀ ਬੇਗਮ ਸੀ ਨੂਰ ਜਹਾਂ, ਉਹਨੇ ਵੀ ਕਿਹਾ, ਸਭ ਨੇ ਕਿਹਾ ਤੂੰ ਸ਼ਰਾਬ ਛੱਡ ਦੇ, ਛੱਡਦਾ ਹੀ ਨਹੀਂ ਸੀ ਸ਼ਰਾਬ। ਸਾਈਂ ਜੀ ਕੋਲ ਆ ਗਿਆ ਇੱਕ ਵਾਰ, ਮੀਆਂ ਮੀਰ ਜੀ ਕਹਿਣ ਲੱਗੇ ਅੱਖਾਂ 'ਚ ਅੱਖਾਂ ਪਾ ਕੇ, ਜਹਾਂਗੀਰ ਸ਼ਰਾਬ ਪੀਣੀ ਬਹੁਤ ਮਾੜੀ ਗੱਲ ਹੁੰਦੀ ਆ, ਇਹ ਖੁਦਾ ਨਾਲੋਂ ਸਾਨੂੰ ਤੋੜ ਦਿੰਦੀ ਆ, ਤੂੰ ਇਹ ਕਿਉਂ ਪੀਨਾ। ਇਹ ਕਹਿਣ ਦੇ ਨਾਲ ਹੀ ਇਹਨਾਂ ਦੀ ਆਦਤ ਜਿਹੜੀ ਆ 90% ਘਟ ਗਈ ਜਹਾਂਗੀਰ ਦੀ, 10% ਮਾਤਰਾ ਰਹਿ ਗਈ। ਵਜਨ ਇੰਨਾ ਸੀ ਬੋਲਾਂ 'ਚ। ਸਾਰੇ ਕਹਿ ਰਹੇ ਆ ਸ਼ਰਾਬ ਨਾ ਪੀ, ਸ਼ਰਾਬ ਨਾ ਪੀ। ਸਾਈਂ ਮੀਆਂ ਮੀਰ ਜੀ ਨੇ ਕਹਿਤਾ ਅਤੇ ਫਰਕ ਪੈ ਗਿਆ। ਇਸ ਤਰ੍ਹਾਂ ਦਾ ਜੀਵਨ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਪਿਆਰ ਬਣਾਇਆ। 1588 ਦੇ ਵਿੱਚ ਹਰਿਮੰਦਰ ਸਾਹਿਬ ਦੀ ਨਿਉ ਰੱਖੀ ਆ। ਸਾਈਂ ਮੀਆਂ ਮੀਰ ਜੀ ਨੂੰ ਬੁਲਾਇਆ ਗਿਆ, ਆਖਿਆ ਫਕੀਰ ਜੀ ਤੁਸੀਂ ਰੱਖੋ। ਅੱਜ ਵੀ ਕਿਹਾ ਜਾਂਦਾ, ਹਰਿਮੰਦਰ ਕੀ ਬੁਨਿਆਦ ਕੀ ਈਂਟ ਦੇ ਰਹੀ ਹੈ ਗਵਾਹੀ, ਕਿ ਕभी ਅਹਿਲੇ ਮਜ਼ਾਹਬ ਮੇਂ ਦੋਸਤੀ ਮੁਸਕਰਾਤੀ ਥੀ। ਕਦੇ ਦੋ ਮਜ਼ਹਬ ਸੀਗੇ, ਸਿੱਖ ਅਤੇ ਮੁਸਲਮਾਨ, ਦੋਨੇ ਮਿਲ ਕੇ ਮੁਸਕਰਾਉਂਦੇ ਸੀ। ਹਰਿਮੰਦਰ ਸਾਹਿਬ ਦੀਆਂ ਇੱਟਾਂ ਨਿਉ ਜਿਹੜੀ ਆ ਉਹ ਗਵਾਹੀ ਭਰਦੀ ਆ ਕਿ ਇਹ ਇੰਨਾ ਭਾਈਚਾਰਾ ਸੀ। ਗੁਰੂ ਅਰਜਨ ਦੇਵ ਜੀ ਨਾਲ ਬਹੁਤ ਪਿਆਰ ਬਣਾਇਆ। ਜਦੋਂ ਉਹਨਾਂ ਨੂੰ ਤੱਤੀ ਤਵੀ 'ਤੇ ਬਿਠਾਇਆ ਹੈ, ਉਦੋਂ ਇਹ ਉੱਥੇ ਆ ਗਏ, ਕਹਿਣ ਲੱਗੇ ਤੁਸੀਂ ਮੈਨੂੰ ਕਹੋ, ਮੈਂ ਸਭ ਕੁਝ ਹੁਣੇ ਤਬਾਹ ਕਰ ਦੂੰ। ਉਦੋਂ ਇਹ ਰੋਹ 'ਚ ਆਏ ਆ ਕਿ ਮੇਰੇ ਪਿਆਰੇ ਨੂੰ ਇਸ ਤਰ੍ਹਾਂ ਦੁੱਖ ਸੀਸ 'ਚ ਰੇਤਾ ਪਾ ਰਹੇ ਆ। ਉਦੋਂ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਸਾਈਂ ਜੀ, ਮੰਨਣਾ ਪੈਂਦਾ ਭਾਣਾ, ਭਾਣਾ ਮੰਨਣ 'ਚ ਹੀ ਭਲਾ ਹੁੰਦਾ ਬੰਦੇ ਦਾ, ਇੱਦਾਂ ਨਾ ਕਰੋ ਆਪ ਜੀ, ਜੋ ਕਰਦਾ ਰੱਬ ਠੀਕ ਕਰਦਾ। ਫਿਰ ਕਹਿੰਦੇ 7 ਵਚਨ, ਇਹ ਕਹਿ ਕੇ ਫਿਰ ਵਾਪਸ ਆ ਗਏ। ਫਿਰ ਜਹਾਂਗੀਰ ਕਹਿਣ ਲੱਗਾ ਮੰਗ ਲਓ, ਕੁਝ ਮੰਗਦੇ ਹੋ। ਇੱਕ ਦਿਨ ਆਖਿਆ, ਕਹਿੰਦੇ ਤੂੰ ਨਾ ਮੈਨੂੰ ਕਦੇ ਆਪਦੇ ਦਰਬਾਰ 'ਚ ਨਾ ਬੁਲਾ ਲਈ। ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ, ਜਹਾਂਗੀਰ ਨੂੰ ਕਹਿਣ ਲੱਗੇ ਕਿ ਮੈਂ ਤੇਥੋਂ ਇਹੀ ਮੰਗਦਾ, ਤੂੰ ਮੇਰੇ ਕਦੇ ਮੱਥੇ ਨਾ ਲੱਗੀ, ਤੂੰ ਤੇਰੀ ਵਜ੍ਹਾ ਨਾਲ ਗੁਰੂ ਅਰਜਨ ਦੇਵ ਜੀ ਸ਼ਹਾਦਤ ਉਹਨਾਂ ਦੀ ਹੋਈ ਆ। ਫਿਰ ਇਹ ਨਹੀਂ ਗਏ ਕਦੇ ਉੱਥੇ। ਅਤੇ ਇਵੇਂ ਇਹਨਾਂ ਦੀ ਉਮਰ ਬੀਤੀ ਆ ਹੌਲੀ ਹੌਲੀ। ਆਖਰੀ ਸਮਾਂ ਜਦੋਂ ਆਇਆ ਨਾ, ਅਤੇ 5 ਦਿਨ ਬਿਮਾਰ ਰਹੇ ਆ ਸਾਈਂ ਮੀਆਂ ਮੀਰ ਜੀ,
पूरे 5 दिन बीमार रहे। वजीर खां सी खुद हकीम सी ਤੇ ਉਹ ਸਾਰਾ ਕੁਝ ਵੇਖਿਆ। ਫਿਰ ਉਹ ਆਪ ਹੀ ਕਹਿੰਦੇ ਵੱਡਾ ਹਕੀਮ ਹੁਣ ਠੀਕ ਕਰੂਗਾ, ਤੇ ਨਹੀਂ ਮੈਂ ਠੀਕ ਨਹੀਂ ਹੋਣਾ, ਬਸ ਹੁਣ ਦਿਨ ਨੇੜੇ ਆ ਗਏ। ਤਾਂ ਇਸ ਤਰ੍ਹਾਂ ਉਹ ਦਿਨ ਜਿਹੜਾ ਸੀ ਆਇਆ। ਅੱਜ ਹੀ ਦਿਨ 11 ਅਗਸਤ ਨੂੰ 1635 ਈਸਵੀ ਦੇ ਵਿੱਚ ਇਹਨਾਂ ਨੇ ਇਸ ਦੁਨੀਆ ਤੋਂ ਜਾਣਾ ਕੀਤਾ। ਗੁਰੂ ਪਿਆਰੀ ਸੰਗਤ ਜੀ ਸੱਚਖੰਡ ਚਲੇ ਗਏ। 6ਵੇਂ ਪਾਤਸ਼ਾਹ ਜੀ ਨਾਲ ਬੜਾ ਪਿਆਰ ਬਣਾਇਆ। ਗਵਾਲੀਅਰ ਦੇ ਕਿਲੇ ਵਿੱਚ ਜਦੋਂ ਕੈਦ ਸੀਗੇ, ਇਹਨਾਂ ਨੇ ਜਾ ਕਿਹਾ ਜਹਾਂਗੀਰ ਨੂੰ, ਤੂੰ ਰੱਬ ਨੂੰ ਕੈਦ ਕਰ ਲਿਆ, ਰੱਬ ਨੂੰ ਕੈਦ ਕਰ ਲਿਆ, ਸੁੱਖ ਨਹੀਂ ਪਾਵੇਂਗਾ। ਤਾਂ ਉਹਦੀ ਬੇਗਮ ਕਹਿੰਦੀ ਰਹੀ ਇਹਨੂੰ ਮਾੜੇ ਸੁਪਨੇ ਆਉਂਦੇ ਆ, ਇਹ ਦੁੱਖ ਭੋਗਦਾ। ਵਾਰ-ਵਾਰ ਕਹਿੰਦੇ ਰਹੇ ਰੱਬ ਨੂੰ ਕੈਦ ਕਰਕੇ ਕਿਹਨੇ ਸੁੱਖ ਪਾਇਆ। ਜਦੋਂ ਚਲਾਣਾ ਹੋਇਆ ਨਾ, ਇਹਨਾਂ ਦਾ ਮਕਬਰਾ ਬਣਾਇਆ ਦਾਰਾ ਸ਼ਿਕੋਹ ਨੇ। ਲਾਲ ਰੰਗ ਦਾ ਪੱਥਰ ਲਿਆਂਦਾ। ਉਹ ਔਰੰਗਜ਼ੇਬ ਨੇ ਕੀ ਕੀਤਾ, ਉੱਥੋਂ ਚੁੱਕ ਲਿਆ ਤੇ ਚੁੱਕ ਕੇ ਸ਼ਾਹੀ ਮਸੀਤ ਸੀ ਉਹਦੇ ਤੇ ਲਾ ਦਿੱਤਾ। ਇਹਨਾਂ ਦੇ ਮਕਬਰਾ ਬਿਲਕੁਲ ਸਿੰਪਲ ਸਧਾਰਨ ਸੀਗਾ। ਸ਼ੇਰੇ ਪੰਜਾਬ ਜੀ ਦਾ ਰਾਜ ਆਇਆ। ਫਿਰ ਤੁਸੀਂ ਕਹਿਣਾ ਵੀ ਉਹਨਾਂ ਦੀਆਂ ਗੱਲਾਂ ਕਿਉਂ ਆ ਜਾਂਦੀਆਂ ਮੁੜ ਕੇ। ਤੇ ਉਹ ਜਦੋਂ ਰਾਜ ਆਇਆ ਤੇ ਉਹ ਕਹਿਣ ਲੱਗੇ ਸਾਈਂ ਜੀ ਦਾ ਮਕਬਰਾ ਬਿਲਕੁਲ ਸਧਾਰਨ ਲਾਹੌਰ ਦੇ ਵਿੱਚ ਬਣਿਆ, ਲਾਹੌਰ ਦੇ ਵਿੱਚ ਬਣਿਆ ਹੋਇਆ ਹੈ। ਤੇ ਕਹਿਣ ਲੱਗੇ ਇਹਦੇ ਤੇ ਨਾ ਵਧੀਆ ਪੱਥਰ ਲਾਓ। ਉਹ ਖਾਲਸਾ ਜਿਹੜਾ ਹੈ, ਜਿਹੜੀ ਖਾਲਸੇ ਦਾ ਖਜ਼ਾਨਾ, ਉਹਦੇ ਵਿੱਚੋਂ ਪੈਸੇ ਦਿੱਤੇ ਜਾਣਗੇ। ਕੋਈ ਫਕੀਰ ਸੀਗਾ, ਰੁਕਤਦੀਨ ਸੀ ਉਹਦਾ ਨਾਂ, ਉਹਦੀ ਡਿਊਟੀ ਲਾਈ ਗਈ। ਮਹਾਰਾਜਾ ਰਣਜੀਤ ਸਿੰਘ ਜੀ ਨੇ ਪੈਸੇ ਦਿੱਤੇ ਖਜ਼ਾਨੇ ਵਿੱਚੋਂ, ਆਪਣੇ ਵਿੱਚੋਂ, ਤੇ ਬਹੁਤ ਆਲੀਸ਼ਾਨ ਇਹਨਾਂ ਦਾ ਮਕਬਰਾ ਉੱਥੇ ਲਾਹੌਰ ਵਿੱਚ ਬਣਾਇਆ ਗਿਆ। ਇਹ ਸਾਈਂ ਮੀਆਂ ਮੀਰ ਜੀ ਦਾ ਇਤਿਹਾਸ ਆ। ਸੋ ਕਹਿਣ ਦਾ ਭਾਵ ਇਹੋ ਜਿਹੇ ਗੁਰਸਿੱਖ ਜਿਹੜੇ ਹੁੰਦੇ ਆ, ਤੇ ਇਹਨਾਂ ਦਾ ਜਿਹੜਾ ਜੀਵਨ ਸੀਗਾ, ਹੈ ਮੁਸਲਮਾਨ ਸੀ। ਸੁਖਮਨੀ ਸਾਹਿਬ ਸਾਰਾ ਕੰਠ ਸੀ ਇਹਨਾਂ ਨੂੰ, ਹੈ ਮੁਸਲਮਾਨ ਸੀਗੇ, ਕੀਰਤਨ ਸੁਣਨਾ ਹੀ ਸੁਣਨਾ। ਸਿੱਖ ਹੋ ਕੇ ਵੀ ਆਪਾਂ ਕੀਰਤਨ ਨਹੀਂ ਸੁਣਦੇ, ਮੁਸਲਮਾਨ ਹੋ ਕੇ ਕੀਰਤਨ ਸੁਣਦੇ ਸੀ। ਸੁਖਮਨੀ ਸਾਹਿਬ ਸਾਰਾ ਕੰਠ ਸੀ ਸਾਈਂ ਮੀਆਂ ਮੀਰ ਜੀ ਨੂੰ। ਅੱਜ ਦੇ ਦਿਨ ਉਹਨਾਂ ਦਾ ਜਾਣਾ ਹੋਇਆ। ਉਮਰ ਲਗਭਗ 85 ਸਾਲ ਬਣਦੀ ਆ। ਕਈ ਇਤਿਹਾਸਕਾਰ 100 ਸਾਲ ਤੋਂ ਵੀ ਵੱਧ ਲਿਖਦੇ ਆ ਵੀ 100 ਤੋਂ ਉੱਪਰ ਚਲੇ ਗਏ ਸੀ। ਤੇ ਇਹਨਾਂ ਦੀ ਉਮਰ ਦਾ ਨਹੀਂ ਇੰਨਾ ਹੁੰਦਾ। ਇਹ ਤਾਂ ਖੁਸ਼ਬੂ ਹੁੰਦੀ ਆ, ਫੁੱਲ ਹੁੰਦੇ ਨੇ। ਫੁੱਲ ਚਾਹੇ 2 ਦਿਨ ਜਿਉਣ ਚਾਹੇ 10 ਦਿਨ, ਉਹਨਾਂ ਨੇ ਖੁਸ਼ਬੂ ਵੰਡਣੀ ਹੁੰਦੀ ਹੈ। ਸਾਈਂ ਜੀ ਦੇ ਚਰਨਾਂ ਤੇ ਵਾਰ-ਵਾਰ ਨਮਸਕਾਰ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸ ਜਾਵੇ। ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਜੀਵਨ ਵਾਲੇ ਬਣੀਏ। ਆਓ ਅੱਜ ਸਾਈਂ ਮੀਆਂ ਮੀਰ ਜੀ ਇਸ ਦੁਨੀਆ ਤੋਂ ਗਏ ਸਨ। ਅੱਜ ਦੇ ਦਿਨ ਉਹਨਾਂ ਦੀ ਯਾਦ ਵਿੱਚ ਉਹਨਾਂ ਵਾਂਗ ਪ੍ਰੇਮ ਬਣਾ ਕੇ ਵਾਹਿਗੁਰੂ ਕਹੀਏ ਜੀ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।